ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅੱਖਰਾਂ ਦਾ ਸੁਰਨਾਵਾ ਲੈ ਕੇ ਆਪ ਸਭ ਦੇ ਸਨਮੁਖ ਹੈ। ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਸਿੱਖ ਸਾਹਿਤ ਦੀ, ਸਿੱਖ ਸਾਹਿਤਕਾਰਾਂ ਦੀ, ਸਿੱਖ ਫਲਸਫੇ ਦੀ ਗੱਲ ਉਚੇਚ ਨਾਲ ਕੀਤੀ ਜਾਂਦੀ ਹੈ। ਪੰਜਾਬੀ ਸਾਹਿਤ ਦੀ, ਪੰਜਾਬੀ ਸਾਹਿਤਕਾਰਾਂ ਦੀ ਗੱਲ ਵੀ ਕੀਤੀ ਜਾਂਦੀ ਹੈ, ਪਰ ਉਹਨਾਂ ਦੀ ਗੱਲ ਕਰਦਿਆਂ ਗੁਰਮਤਿ ਦਾ ਦ੍ਰਿਸ਼ਟੀਕੋਣ ਲਾ ਕੇ ਵੇਖਿਆ ਜਾਂਦਾ ਹੈ। ਸਿੱਖ ਵਿਚਾਰਧਾਰਾ ਦੇ ਵਿੱਚੋਂ ਨਹੀਂ ਲੰਘਾਇਆ ਜਾਂਦਾ ਹੈ। ਉਹਨਾਂ ਦੀ ਪਰਖ ਪੜਚੋਲ ਸਿੱਖ ਫਲਸਫੇ ਨਾਲ ਜੋੜ ਕੇ ਕੀਤੀ ਜਾਂਦੀ ਹੈ। ਅੱਜ ਮੈਂ ਆਪ ਸਭ ਨਾਲ ਜਿਵੇਂ ਪਿਛਲੇ ਐਪੀਸੋਡ ਦੇ ਵਿੱਚ ਸੀ, ਡਾਕਟਰ ਜਸਵੰਤ ਸਿੰਘ ਨੇਕੀ ਦੀ ਕਿਤਾਬ ਜਿਨ੍ਹਾਂ ਦਸੰਦੜਿਆਂ ਗੁਰਮਤਿ ਵੰਝੇ, ਉਹਦੇ ਇੱਕ ਚੈਪਟਰ ਦੀ ਗੱਲ ਕਰਨ ਜਾ ਰਹੇ ਹਾਂ। ਪਿਛਲੇ ਐਪੀਸੋਡ ਦੇ ਵਿੱਚ ਉਹਨਾਂ ਦੀ ਆਪਾਂ ਇਸੇ ਕਿਤਾਬ ਦਾ ਇੱਕ ਚੈਪਟਰ ਕੀਤਾ ਸੀ, ਉਹ ਰੱਬ ਆਪ ਸੀ। ਔਰ ਅੱਜ ਇੱਕ ਚੈਪਟਰ ਜਿਹੜਾ ਕਰਨ ਜਾ ਰਹੇ ਹਾਂ ਉਹਦੇ 'ਚ ਹੈ ਗੁਰੂ ਦੀ ਸ਼ਕਤੀ, ਗੁਰੂ ਤੇ ਭਰੋਸਾ, ਗੁਰੂ ਦੀ ਸਮਰੱਥਾ। ਔਰ ਇੱਕ ਗੱਲ ਮੈਂ ਹੋਰ ਸਾਂਝਾ ਕਰਦਾ ਜਾਵਾਂ ਕਿ ਡਾਕਟਰ ਜਸਵੰਤ ਸਿੰਘ ਨੇਕੀ ਦੀ ਕਿਤਾਬ ਉਹਨਾਂ ਦੀ ਜ਼ਿੰਦਗੀ ਦੀਆਂ ਘਟਨਾਵਾਂ ਨੇ, ਛੋਟੀਆਂ ਛੋਟੀਆਂ ਘਟਨਾਵਾਂ ਪਰ ਵੱਡੀ ਵੱਡੀ ਸਿੱਖਿਆ। ਔਰ ਡਾਕਟਰ ਜਸਵੰਤ ਸਿੰਘ ਨੇਕੀ ਜਿਸ ਪੱਧਰ ਦੇ ਇਨਸਾਨ ਸਨ, ਬਹੁਤ ਵੱਡੇ ਵਿਦਵਾਨ, ਸੰਸਾਰ ਪੱਧਰ ਦੇ ਵਿਦਵਾਨ, ਕਈ ਬੋਲੀਆਂ ਜਾਣਨ ਵਾਲੇ, ਕਈ ਬੋਲੀਆਂ 'ਚ ਲਿਖਣ ਵਾਲੇ। ਉਹਨਾਂ ਦਾ ਇੰਗਲਿਸ਼ ਬੋਲੀ 'ਚ ਲਿਖਿਆ ਲਿਟਰੇਚਰ ਵੀ ਮਿਲਦਾ, ਹਿੰਦੀ ਦੇ ਵਿੱਚ ਵੀ ਉਹਨਾਂ ਦੀ ਮਹਾਰਤ ਪੂਰੀ ਹਾਸਲ ਸੀ, ਔਰ ਪੰਜਾਬੀ ਦੇ ਵਿੱਚ ਵੀ ਉਹਨਾਂ ਦੀਆਂ ਗੁਰਮਤਿ ਬਾਰੇ ਲਿਖੀਆਂ ਕਈ ਕਿਤਾਬਾਂ ਮਿਲਦੀਆਂ। ਕਵੀ ਵੀ ਸਿਰੇ ਦੇ, ਵਾਰਤਕਾਰ ਵੀ ਸਿਰੇ ਦੇ। ਪੰਜਾਬੀ ਸਾਹਿਤਕਾਰਾਂ ਦੇ ਵਿੱਚ ਵੀ ਉਹਨਾਂ ਦੀ ਨਾਂ ਦਾ ਜਿਹੜਾ ਸਤਿਕਾਰ ਵੱਡਾ ਹੈ। ਪਰ ਉਹਨਾਂ ਦੀ ਜਿਹੜੀ ਸਭ ਤੋਂ ਸ਼ਾਨਦਾਰ ਕਿਤਾਬ, ਜਿਹੜੇ ਸਬਜੈਕਟ ਤੇ ਬਹੁਤ ਲੋਕਾਂ ਨੇ ਲਿਖਿਆ ਹੀ ਨਹੀਂ, ਗੁਰਮਤਿ ਮਨੋਵਿਗਿਆਨ, ਉਹ ਵੀ ਮਿਲਦੀ ਆ। ਮਹਿੰਗੀ ਕਿਤਾਬ ਹੈ, ਔਖੀ ਕਿਤਾਬ ਹੈ, ਸਮਝਣੀ ਥੋੜ੍ਹੀ ਮਿਹਨਤ ਕਰਨੀ ਪੈਂਦੀ ਹੈ। ਪਰ ਉਸ ਕਿਤਾਬ ਦੇ ਮੁਕਾਬਲੇ ਜਿਹੜੀ ਕਿਤਾਬ ਦੀ ਮੈਂ ਗੱਲ ਕਰਨਾ ਹੈ, ਜਿਨ੍ਹਾਂ ਦਸੰਦੜਿਆਂ ਗੁਰਮਤਿ ਵੰਝੇ, ਇਹ ਕਿਤਾਬ ਨੂੰ ਕੁਛ ਇਸ ਅੰਦਾਜ਼ 'ਚ ਲਿਖਿਆ ਗਿਆ ਕਿ ਜਿਹੜਾ ਪੜ੍ਹਦਾ ਜਾਵੇ ਉਹ 'ਤੇ ਸਿੱਧਾ ਸਿੱਧਾ ਦਿਲ 'ਤੇ ਅਸਰ ਹੁੰਦਾ ਜਾਵੇ। ਉਹਦਾ ਇੱਕ ਚੈਪਟਰ ਜਿਹੜਾ ਸਾਂਝਾ ਕਰਨ ਜਾ ਰਿਹਾ, ਗੁਰੂ ਦੀ ਸਮਰੱਥਾ ਨਾਲ ਜੁੜ ਕੇ ਗੱਲ ਹੈ, ਗੁਰੂ ਦੀ ਉੱਤੇ ਤੁਹਾਡੇ ਭਰੋਸੇ ਦੀ ਗੱਲ ਹੈ। ਤੇ ਡਾਕਟਰ ਨੇਕੀ ਜੀ ਲਿਖਦੇ ਨੇ ਕਿ ਹੇਮਕੁੰਟ ਸਾਹਿਬ ਫਾਊਂਡੇਸ਼ਨ ਵੱਲੋਂ ਇੰਤਜ਼ਾਮ ਸੀ। ਅਸੀਂ 200 ਸਿੰਘਾਂ ਸਿੰਘਣੀਆਂ ਦਾ ਜਥਾ, ਯਾਨੀ ਪਰਿਵਾਰਾਂ ਸਮੇਤ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾ ਰਿਹਾ ਸਾਂ। 6 ਦਿਨ ਦਾ ਸਫ਼ਰ ਸੀ ਤੇ ਤਕਰੀਬਨ 5 ਪੜਾਅ ਰਸਤੇ ਵਿੱਚ ਕਰਨੇ ਸੀ। ਜਿੱਥੇ ਜਿੱਥੇ ਰੁਕਣਾ ਸੀ, ਨਾਲ ਰਾਗੀ ਜਥਾ ਸੀ, ਉਹਨਾਂ ਨੇ ਕੀਰਤਨ ਵੀ ਕਰਨਾ ਸੀ, ਉੱਥੇ ਗੁਰਮਤਿ ਵਿਖਿਆਨ ਵੀ ਹੋਣੇ ਸੀ। ਤੇ ਉਹ ਕਹਿੰਦੇ ਮੈਂ ਯਾਤਰਾ ਦੇ ਵਿੱਚ ਵੀ ਸ਼ਾਮਲ ਸੀ, ਪਰ ਨਾਲ ਨਾਲ ਹੇਮਕੁੰਟ ਸਾਹਿਬ ਫਾਊਂਡੇਸ਼ਨ ਨੇ ਮੈਨੂੰ ਮੇਰੀ ਡਿਊਟੀ ਇਹ ਵੀ ਲਾਈ ਸੀ ਕਿ ਮੈਂ ਡਾਕਟਰ ਹੋਣ ਦੇ ਨਾਤੇ ਜਿਹੜੇ, ਕਿਉਂਕਿ ਹੇਮਕੁੰਟ ਦਾ ਪੈਂਡਾ ਤਕਰੀਬਨ 19-20 ਮੀਲ ਦਾ, 19-20 ਕਿਲੋਮੀਟਰ ਦਾ ਪੈਂਡਾ ਇਹੋ ਜਿਹਾ ਹੈ ਜਿਹੜਾ ਤੁਰ ਕੇ ਜਾਣਾ ਪੈਂਦਾ ਹੈ। 13 ਕਿਲੋਮੀਟਰ ਦੀ ਚੜ੍ਹਾਈ ਆ, ਪਰ ਅਖੀਰਲੇ 6 ਕਿਲੋਮੀਟਰ ਤਾਂ ਬਹੁਤ ਸਟੀਕ ਚੜ੍ਹਾਈ ਹੈ। ਰਸਤੇ ਦੇ 5 ਦਿਨ ਦੇ ਪੜਾਅ ਜਿਹੜੇ ਸੀ, ਉੱਥੇ ਕੀਰਤਨ ਹੋਣਾ ਸੀ, ਦੀਵਾਨ ਸੱਜਣੇ ਸੀ, ਤੇ ਨਾਲ ਜਥੇ ਵੱਲੋਂ ਲੰਗਰ ਦਾ ਇੰਤਜ਼ਾਮ ਹੋਣਾ ਸੀ, ਸਾਰਾ ਕੁਛ ਜਿੱਦਾਂ ਹੁੰਦਾ ਹੈ। ਸੋ 5 ਦਿਨ ਦੇ ਰਾਹ ਦੇ ਪੜਾਅ, ਫਿਰ ਉੱਥੇ ਜਾ ਕੇ, ਤੇ ਡਾਕਟਰ ਦੇ ਤੌਰ ਤੇ ਵੀ ਉਹਨਾਂ ਦੀ ਸੇਵਾ ਸੀ ਕਿ ਜੇ ਕੋਈ ਢਿੱਲਾ ਮੱਠਾ ਹੋਵੇ, ਜੇ ਕਿਸੇ ਨੂੰ ਲੋੜ ਹੋਵੇ, ਉਹਨਾਂ ਦਾ ਦਵਾ ਦਾਰੂ ਵੀ ਤੁਸੀਂ ਕਰਨਾ ਹੈ। ਸੋ ਉਹ ਇੱਕ ਡਾਕਟਰ ਵਾਲੀ ਗੱਲ ਨਾਲ ਲੈ ਕੇ ਚੱਲਿਆ ਸੀ, ਇੱਕ ਯਾਤਰੂ ਵਾਲੀ ਗੱਲ ਲੈ ਕੇ ਤੁਰਿਆ ਸੀ। ਪਰ ਕੋਈ ਯਾਤਰੂ ਦੇ ਨਾਲ ਨਾਲ ਡਾਕਟਰ ਵਾਲਾ ਸਤਿਕਾਰ ਵੀ ਸੀ, ਵੱਡਾ ਨਾਮਣੇ ਦਾ ਸਤਿਕਾਰ ਵੀ ਸੀ। ਤੇ ਡਾਕਟਰ ਨੇਕੀ ਜੀ ਕਹਿੰਦੇ ਕਿ ਮੇਰੇ ਅੰਦਰ ਜਿੱਥੇ ਜਿੱਥੇ ਯਾਤਰੂ ਵਾਲੀ ਜਗਿਆਸਾ ਸੀ, ਨਿਮਰਤਾ ਸੀ, ਕੋਈ ਜਾਣਨ ਦੀ ਗੱਲ ਸੀ, ਉੱਥੇ ਨਾਲ ਨਾਲ ਇਸ ਗੱਲ ਦਾ ਹੰਕਾਰ ਵੀ ਸੀ ਕਿ ਮੈਂ ਡਾਕਟਰ ਆ। ਮੈਂ ਤਾਂ ਇਹਨਾਂ ਸਾਰਿਆਂ ਨੂੰ ਥੋੜ੍ਹਾ ਵੱਖਰਾ ਆ, ਸਤਿਕਾਰ ਵੀ ਵੱਖਰਾ ਸੀ।
तो जो कहता मैं कीर्तन च बैठते उदों भी वो गल मेरे मन अंदर चलती रहिंदी कि मैं डॉक्टर हाँ। जो मैं कहते सिमरन करता सिमरन भी चलता होंदा पर नाले भी गल चलती होंदी कि मैं आम यात्रु नहीं, मैं तो डॉक्टर हाँ। इदा कहते भी 1 2 3 4 5वें पड़ाव तक पहुँच गए तो उत्थों गांह तुरे गए, वाहगुरू वाहगुरू भी करी जाने, पर नाल मन अंदरों ख्याल नहीं जाता कि मैं कला यात्री नहीं, मैं तो डॉक्टर भी हाँ। कोई रहनुमाई करने वाला नहीं सी नाल। तो कहते जदों पैदल तुरदे तुरदे गांह पैदल का सफ़र शुरू होया तो पैदल तुरद्या तुरद्या एक 17-18 साल की बच्ची जिहड़ी नाल सी उहनूं ठेडा वज गया तो ठुड्डा खा के वो उलर के डिग पई। डिग्गी इस तरीके नाल कि उहदी एक बांह मचकोड़ी गई तो दूजी बांह दे उत्ते खुरंड आ गया, मास लथ गया उत्थों। हुण उहदा ख्याल डॉक्टर होने के नाते डॉक्टर जसवंत सिंह नेकी नाल रखना चाहिए, वह आवाज़ मारी गई, सद्दिया गया इन्हों। सो उहदा जिहड़े पैर के उत्ते भी सट लगी सी, जिथे पैर ते सट लगी सी पैर मचकोड़िया गया सी, उत्थे पैर के उत्ते डॉक्टर साहब ने मालिश भी की, उत्थे कुछ जिहड़ी पेन किलर क्रीम हुंदी वो भी लाती गई, उन्होंने पेन किलर गोलियां जिहड़ियां खाण लई भी दित्तियां, जिहड़ा खुरंड आया सी, जिहड़ा जख्म आया सी उहदे उत्ते कीटाणुनाशक जिहड़ी दवाई वो भी लाई गई, पर दवाई खाण लई तां देनी देनी सी। सो उहदी जख्म धोता, उहदी पट्टी की। पर डॉक्टर नेकी जी कहते बड़ी बहादुर कुड़ी सी, बेशक पैर भी मचकोड़िया गया सी, बांह मचकोड़ी गई सी, बांह ते खुरंड भी लगे सी, जख्म सी डूंगा, खून भी वगया सीगा, सारा कुछ। पर जदों डॉक्टर साहब उहदी सारी सेवा कर रहे सी, उन्हें सारा कुछ हसद्या हसद्या बर्दाश्त किया। बहादुर कुड़ी सी हसद्या हसद्या उन्हें दर्द बर्दाश्त किया, नहीं तो पैर मचकोड़न दे उत्ते बांह मचकोड़न दे उत्ते चीका मारते हैं लोग। उन्हें इहो जी चीका भी कोई नहीं मारिया, पट्टी बड़ी तसल्ली ना कराई तो चेहरे के उत्ते अपने चेहरे के उत्तों हासे वाली जिहड़ी गल सी जान नहीं दी। 17-18 साल की कुड़ी आ। कहता जद मैं सारी सेवा करके बच्ची दी ते उहदे पट्टियां वगैरह बन के उहदे मलम वगैरह ला के उन्होंने दवाई वगैरह दे के जो जान लगा तो जो तो उठ्या तो उन्हें उठते तो मेरे जो मैं तुरन लगा तो मेरा कुर्ता फड़ लिया डॉक्टर नेकी जी उस बच्ची ने 17-18 साल की बच्ची ने कुर्ता फड़ लिया तो उन्होंने रोक लिया डॉक्टर नेकी जी तो जो उन्हें रोकया तो उहदियां अखां चों उदों हंझू वगे। पहला कोई नहीं, पट्टी हो रही आ, मलम हो रही आ, जख्म साफ किया जा रहा है, धोता जा रहा है, बांह ठीक की जा रही है, मचकोड़ी ही बांह ते पट्टी पैर ते पट्टी की जा रही है। जो ज़्यादा दर्द होता समा सी उदों नहीं, जो सारी पट्टियां वगैरह करके डॉक्टर नेकी जी तुरन लगे तो तुरद्यां दा उन्हों दा कुर्ता फड़ लिया तो कुर्ता फड़ के हंझू उहदियां अखां 'च एकदम वह तुरे तो आखन लगी काश डॉक्टर साहब तुसीं मेरे पिता होंदे, काश डॉक्टर साहब जी तुसीं मेरे पिता होंदे। ते डॉक्टर उन्होंने कहते कि बेटी तू मेरे बच्चों के हान दियाँ, तू मेरी बेटी जैसी हाँ, तो मैं भी तेरे पिता समान ही हाँ, तेरे पिता वर्गा ही हाँ बिल्कुल। तेनों कहन दी की लोड़ पै गई कि मैं तेरा पिता होंदा, मैं तेरे पिता वर्गा ही हाँ, पिता जिहा ही हाँ। जो कहना मैं तेरे पिता वर्गा ही हाँ तो कुड़ी ने भुब्बा निकल गई, भुब्बा मार के कहने लगी हूं ना आखो रब करे किसी का भी पिता मेरे पिता वर्गा ना होवे, इंज ना आखो। कितना दर्द होगा उन्होंने शब्द उहदे शब्दां 'च भुब्बा मार के क्या उन्हें, इंज ना आखो डॉक्टर साहब किसी बदनसीब का भी पिता मेरे पिता वर्गा ना होवे। दर्द डॉक्टर जी ने उन्होंने दर्द एकदम महसूस किया तो कोल बैठ गया, कहता बेटा गल की क्यों तेरे पिता वर्गा, किसी बदनसीब का पिता भी तेरे पिता वर्गा क्यों ना होवे। वो कहने लगी मेरे पिता नूं जां तां शराब चाहिदी हुंदी है तो जां फिर वो जो हुक्म करी जान उन्होंने सेवा मननी करी चलो, वो चाहिए हुंदा। उन्होंने मुझे अख औखे चक के नहीं देखा जा सकता, उन्होंने गल नूं इनकार नहीं किया जा सकता। दहशत है साढ़े सारे परिवार के उत्ते, शराब पी के जो मर्जी जिन्हों मर्जी कुट देंगे, मेरी मां नूं भी बच्चों नूं भी सारिआं नूं पूरी दहशत पई हुई है।
शराबी ने। दहशत परिवार का माहौल, डर है, सहम है। मेरे पिता वर्गा तो किसी का पिता ना होवे। ਉਹਦੇ ਦਰਦ ਨੂੰ ਡਾਕਟਰ ਨੇਕੀ ਜੀ ਨੇ ਮਹਿਸੂਸ ਕੀਤਾ। ਉਹ ਕਹਿੰਦੀ ਜਦੋਂ ਮਰਜ਼ੀ 2 ਥੱਪੜ ਜੜ ਦਿੰਦੇ ਨੇ, ਮਾੜੀ ਜੀ ਗੱਲ ਕਰੋ ਤਾਂ 2 ਥੱਪੜ, ਜਦੋਂ ਮਾੜੀ ਜੀ ਗੱਲ ਕਰੋ 2 ਥੱਪੜ। ਆਮ ਤੌਰ ਤੇ ਪਿਤਾ ਪੁੱਤਰਾਂ ਤੇ ਤਾਂ ਹੱਥ ਉਠਾ ਲੈਂਦਾ ਸ਼ਾਇਦ, ਪਰ ਧੀਆਂ ਤੇ ਕਦੀ ਹੱਥ ਨਹੀਂ ਉਠਾਉਂਦਾ। ਪਰ ਕਹਿੰਦੀ ਉਹ ਧੀਆਂ ਨੂੰ ਨਹੀਂ ਬਖਸ਼ਦਾ, ਹੱਥ ਥੱਪੜ ਪੈਂਦੇ ਨੇ। ਦਰਦ ਨੂੰ ਮਹਿਸੂਸ ਕਰਕੇ ਡਾਕਟਰ ਜਸਵੰਤ ਸਿੰਘ ਨੇਕੀ ਜੀ ਬੱਚੀ ਦੇ ਕੋਲ ਬੈਠ ਗਏ। ਬੇਟਾ ਨਾ, ਆਪਣੇ ਪਿਤਾ ਦੇ ਪਿਆਰ ਨੂੰ ਆਪਣੇ ਦਿਲ ਤੋਂ ਪਾਰ ਨਾ ਜਾਣ ਦੇ, ਦਿਲ ਤੋਂ ਬਾਹਰ ਨਾ ਕੱਢ। ਆਪਣੇ ਪਿਤਾ ਦੇ ਪਿਆਰ ਨੂੰ, ਪਿਤਾ ਦੇ ਪਿਆਰ ਨੂੰ ਪਿਤਾ ਦੇ ਪਿਆਰ ਵਾਂਗੂ ਰੱਖ। ਪਰ ਇੱਕ ਗੱਲ, ਗੁਰੂ ਸਾਹਿਬ ਦੇ ਲੜ ਲੱਗ ਜਾ, ਬਹਾਦਰ ਬੱਚੀ ਬਣ, ਡਰ ਨਾ ਕਿਸੇ ਤੋਂ, ਸਤਿਕਾਰ ਕਰ, ਪਰ ਆਪਣੇ ਦਲ ਦੇ ਅੰਦਰੋਂ ਸਾਰਾ ਡਰ ਤੇ ਸਹਿਮ ਕੱਢ ਦੇ। ਨੇਕੀ ਜੀ ਨੇ ਬੜੇ ਵਿਸ਼ਵਾਸ ਨਾਲ ਗੱਲ ਆਖੀ। ਉਹ ਕਹਿੰਦੀ ਜਦੋਂ ਮੈਂ ਡਿੱਗੀ ਸੀ ਨਾ, ਤੁਸੀਂ ਮੇਰੇ ਪਿਤਾ ਨੂੰ ਜਾਣਦੇ ਨਹੀਂ, ਉਹਦੇ ਸੁਭਾਅ ਨੂੰ ਨਹੀਂ ਜਾਣਦੇ। ਜਦੋਂ ਮੈਂ ਡਿੱਗੀ ਸੀ ਮੁਚਕੋੜਾ ਖਾ ਕੇ, ਜਦੋਂ ਮੇਰੀ ਲੱਤ ਮੁਚਕੋੜੀ ਗਈ, ਜਦੋਂ ਮੇਰੀ ਬਾਂਹ ਮੁਚਕੋੜੀ ਗਈ, ਤੇ ਜੇ ਮੇਰਾ ਪਿਤਾ ਇੱਥੇ ਕੋਲ ਹੁੰਦਾ ਤਾਂ ਉਹਨੂੰ ਮੈਨੂੰ ਪਤਾ ਕੀ ਕਹਿਣਾ ਸੀ, 2 ਥੱਪੜ ਮੇਰੇ ਕੱਸ ਕੇ ਮਾਰਨੇ ਸੀ ਉੱਤੋਂ ਹੋਰ ਡਿੱਗੀ ਦੇ, ਤੇ ਨਾਲ ਕਹਿਣਾ ਸੀ ਕੀ ਗੱਲ ਅੱਖਾਂ ਫੁੱਟੀਆਂ ਹੋਈਆਂ, ਦੇਖ ਕੇ ਨਹੀਂ ਤੁਰ ਹੁੰਦਾ। ਇਦਾਂ ਦੇ ਵੀ ਪਿਤਾ ਹੁੰਦੇ ਆ, ਅੱਖਾਂ ਫੁੱਟੀਆਂ ਹੋਈਆਂ ਦੇਖ ਕੇ ਨਹੀਂ ਤੁਰ ਹੁੰਦਾ, ਡਿੱਗੀ ਕਿਉਂ? ਤੇ ਫਿਰ ਜੇ ਮੈਂ ਮੁਚਕੋੜੀ ਹੋਈ ਲੱਤ ਦੇ ਨਾਲ ਲਗੜਾਉਂਦੀ ਹੋਈ ਤੁਰਦੀ ਵੀ ਨਾ, ਲੱਤ ਮੁਚਕੋੜੀ ਹੋਈ, ਬਾਂਹ ਮੁਚਕੋੜੀ ਹੋਈ, ਬਾਂਹ 'ਚ ਜ਼ਖਮ ਆਇਆ, ਖੂਨ ਆ, ਜੇ ਮੈਂ ਇੱਦਾਂ ਤੁਰਦੀ ਵੀ ਤੇ ਲੰਗੜਾ ਕੇ ਤੁਰ ਹੋਣਾ ਸੀ, ਤੇ ਉਹਨੇ ਮੈਨੂੰ ਪਿਤਾ ਨੇ ਪਤਾ ਕੀ ਕਹਿਣਾ ਸੀਗਾ, ਤੂੰ ਮਚਲ ਨਾ ਮਾਰ, ਮੈਂ ਸਾਰੇ ਬਹਾਨੇ ਜਾਣਦਾ ਇਹੋ ਜਿਹਾ, ਤੇ ਮੈਂ ਵੀ ਜਾਣਦਾ ਇਹਨਾਂ ਬਹਾਨਿਆਂ ਨੂੰ ਭੰਨੀ ਦਾ ਕਿੱਦਾਂ, ਤੇ 2 ਥੱਪੜ ਮੇਰੇ ਹੋਰ ਲੱਗ ਜਾਣੇ ਸੀ। ਇਦਾਂ ਦਾ ਮੇਰਾ ਪਿਤਾ। ਨੇਕੀ ਨੇ ਦਰਦ ਮਹਿਸੂਸ ਕੀਤਾ। ਡਾਕਟਰ ਨੇਕੀ ਜੀ ਨੇ ਕੋਲ ਬੈਠ ਗਿਆ, ਬੱਚੀ ਦੇ ਸਿਰ ਤੇ ਹੱਥ ਰੱਖਿਆ। ਬੇਟਾ ਦਲੇਰ ਹੋ, ਡਰਨਾ, ਗੁਰੂ ਦੇ ਨਾਂ ਦਾ ਓਟ ਆਸਰਾ ਲੈ, ਗੁਰੂ ਦੇ ਲੜ ਲੱਗ ਜਾ, ਪਰ ਮਨ ਦੇ ਅੰਦਰੋਂ ਸਤਿਕਾਰ ਨਾ ਜਾਣ ਦੇਈ। ਇੱਕ ਗੱਲ ਯਾਦ ਰੱਖੀ, ਜਿਹੜਾ ਬੰਦਾ ਗੁਰੂ ਦੇ ਲੜ ਲੱਗਾ ਹੋਵੇ, ਗੁਰੂ ਦਾ ਓਟ ਆਸਰਾ ਲਏਗਾ, ਉਹ ਬਹਾਦਰ ਹੁੰਦਾ ਹੈ, ਤੇ ਉਹਦੇ ਮੇਰੇ ਕੋਈ ਸ਼ਰਾਬੀ ਨਹੀਂ ਖੜ ਸਕਦਾ, ਬੇਸ਼ੱਕ ਸ਼ਰਾਬੀ ਕੋਈ ਵੀ ਹੋਵੇ। ਉਹਦੇ ਮੇਰੇ ਖੜ ਨਹੀਂ ਸਕੇਗਾ। ਤੇਰੇ ਅੰਦਰ ਸੱਚ ਦੀ ਤਾਕਤ ਹੋਣੀ ਚਾਹੀਦੀ ਹੈ। ਜਦੋਂ ਉਹਨੇ ਗੱਲ ਧਿਆਨ ਨਾਲ ਸੁਣੀ ਤੇ ਬੱਚੀ, ਡਾਕਟਰ ਨੇਕੀ ਨੇ ਪਤਾ ਨਹੀਂ ਕਿਸ ਅੰਦਾਜ਼ ਚ ਆਖਿਆ ਹੋਏਗਾ, ਉਹ ਬੱਚੀ ਉਸ ਦਰਦਾਂ ਦੇ ਵਿੱਚੋਂ ਇੱਕਦਮ ਉੱਠ ਕੇ ਬੈਠਦਿਆਂ ਉਹਨੇ ਜਕਾਰਾ ਛੱਡਿਆ, ਬੋਲੇ ਸੋ ਨਿਹਾਲ। ਆਲੇ ਦੁਆਲੇ ਸੰਗਤ ਸੀ ਸੁਣਦੀ ਸੀਗੀ, ਉਹਨੇ ਆਖਿਆ ਸਤਿ ਸ੍ਰੀ ਅਕਾਲ, ਜਕਾਰੇ ਦਾ ਜਵਾਬ ਦੇ ਦਿੱਤਾ। ਦੂਜੇ ਦਿਨ ਸ਼ਾਮ ਨੂੰ ਅੰਮ੍ਰਿਤ ਸੰਚਾਰ ਸੀ, ਜਥੇ ਨੇ ਅੰਮ੍ਰਿਤ ਸੰਚਾਰ ਕਰਨਾ ਸੀ, ਹੇਮਕੁੰਟ ਸਾਹਿਬ ਫਾਊਂਡੇਸ਼ਨ ਨੇ ਅੰਮ੍ਰਿਤ ਸੰਚਾਰ ਕਰਨਾ ਸੀ, ਇੰਤਜ਼ਾਮ ਪਹਿਲਾਂ ਹੀ ਕੀਤਾ ਹੋਇਆ ਸੀ। ਤਾਂ ਬੱਚੀ ਨੇ ਵੀ, ਡਾਕਟਰ ਨੇਕੀ ਨੇ ਪ੍ਰੇਰਨਾ ਦਿੱਤੀ ਸੀ, ਗੁਰੂ ਦੇ ਲੜ ਲੱਗ ਜਾ, ਤੇ ਉਹਨੇ ਵੀ ਅੰਮ੍ਰਿਤ ਛਕ ਲਿਆ। ਅੰਮ੍ਰਿਤ ਸੰਚਾਰ ਹੋਇਆ, ਉਹਨੇ ਵੀ ਅੰਮ੍ਰਿਤ ਛਕ ਲਿਆ, ਤੇ ਅੰਮ੍ਰਿਤ ਛਕ ਕੇ ਆ ਕੇ ਡਾਕਟਰ ਨੇਕੀ ਜੀ ਕੋਲ ਆ ਕੇ ਬੜੇ ਭਰੋਸੇ ਨਾਲ ਕਹਿਣ ਲੱਗੀ, ਮੈਂ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਬਣਾ ਆਈ ਆ। ਅੱਜ ਤੋਂ ਮੈਨੂੰ ਪਤਾ ਲੱਗ ਗਿਆ ਗੁਰੂ ਗੋਬਿੰਦ ਸਿੰਘ ਮੇਰੇ ਨਾਲ ਹੈ, ਗੁਰੂ ਗੋਬਿੰਦ ਸਿੰਘ ਮੇਰਾ ਪਿਤਾ ਹੈ। ਅੱਜ ਤੋਂ ਮੈਨੂੰ ਦੱਸ ਦਿੱਤਾ ਪੰਜਾਂ ਪਿਆਰਿਆਂ ਨੇ ਕਿ ਤੂੰ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਹੈ, ਤੂੰ ਮਾਤਾ ਸਾਹਿਬ ਕੌਰ ਦੀ ਪੁੱਤਰੀ ਹੈ, ਤੂੰ ਅਨੰਦਪੁਰ ਦੀ ਵਾਸੀ ਹੈ। ਅੱਜ ਤੋਂ ਗੁਰੂ ਗੋਬਿੰਦ ਸਿੰਘ ਮੇਰਾ ਪਿਤਾ ਹੈ, ਗੁਰੂ ਗੋਬਿੰਦ ਸਿੰਘ ਨਾਲ ਮੇਰੇ ਨਾਲ ਹੈ। ਮੈਂ ਸਾਰੇ ਡਰ ਲਾ ਦਿੱਤੇ, ਹੁਣ ਮੈਂ ਕਿਸੇ ਤੋਂ ਡਰ ਨਹੀਂ ਲੱਗੀ। ਮੇਰੇ ਗੁਰੂ ਦਾ ਮੁਕਾਬਲਾ ਕੌਣ ਕਰ ਸਕਦਾ? ਇੱਕ ਗੱਲ ਬੱਚੀ ਨੇ ਅੰਮ੍ਰਿਤ ਸੰਚਾਰ ਕਰਨ ਤੋਂ ਬਾਅਦ ਕਹਿਤੀ। ਇਸੇ ਗੱਲ ਦਾ ਦੂਜਾ ਪਾਸਾ ਬਾਅਦ ਚ, ਦੂਜਾ ਜਿਹੜਾ ਹਿੱਸਾ, ਡਾਕਟਰ ਜਸਵੰਤ ਸਿੰਘ ਨੇਕੀ ਕਹਿੰਦਾ ਕਿ ਮੈਂ ਆਪਣੇ ਹਸਪਤਾਲ ਦੇ ਵਿੱਚ ਸਾਂ, ਦਿੱਲੀ ਦੇ ਵਿੱਚ 8-9 ਮਹੀਨੇ ਬਾਅਦ। ਉਹ ਇੱਕ ਦਿਨ ਬੱਚੀ ਮੇਰੇ ਹਸਪਤਾਲ ਚ ਆਈ ਤੇ ਮੈਨੂੰ ਦੇਖ ਕੇ ਮੈਨੂੰ ਮਿਲਣ ਆ ਗਈ। ਹੁਣ ਉਹਦਾ ਚਿਹਰਾ ਹੰਸੂ ਹੰਸੂ ਕਰ ਰਿਹਾ ਸੀ, ਕੋਈ ਉਦਾਸੀ ਨਹੀਂ ਚਿਹਰੇ ਉੱਤੇ, ਹੰਸੂ ਹੰਸੂ ਚਿਹਰਾ ਕਰ ਲਿਆ ਸੀ। ਉਸਦੇ ਆ ਕੇ ਦਵਾ ਦਵਾ ਆ ਕੇ ਘੁੱਟ ਕੇ ਡਾਕਟਰ ਸਾਹਿਬ ਨੂੰ, ਜਿੱਦਾਂ ਪਿਤਾ ਨੂੰ ਗਲਵੱਕੜੀ ਪਾਈ ਦੀ, ਗਲਵੱਕੜੀ ਪਾ ਲਈ।
ਡਾਕਟਰ ਨੇ ਉਹਦੇ ਸਿਰ ਤੇ ਹੱਥ ਫੇਰਿਆ, ਬੱਚੀ ਖੁਸ਼ ਰਹਿ, ਗੁਰੂ ਤੇਰੇ ਸਾथ ਹਮੇਸ਼ਾ ਅੰਗ ਸੰਗ ਰਹੇ। ਤੇ ਬੱਚੀ ਕਹਿਣ ਲੱਗੀ ਹੁਣ ਤਾਂ ਗੁਰੂ ਮੇਰੇ ਅੰਗ ਸੰਗ ਰਹਿੰਦਾ ਹੀ ਹੈ, ਮੈਂ ਗੁਰੂ ਗੋਬਿੰਦ ਸਿੰਘ ਦੀ ਬੱਚੀ ਬਣ ਕੇ ਆਈ ਹਾਂ ਅੰਮ੍ਰਿਤ ਛਕ ਕੇ, ਹੁਣ ਗੁਰੂ ਹਮੇਸ਼ਾ ਮੇਰੇ ਅੰਗ ਸੰਗ ਰਹਿੰਦਾ ਹੈ। ਮੇਰੇ ਜਦੋਂ ਮੈਂ ਅੰਮ੍ਰਿਤ ਛਕਿਆ ਸੀ ਮੇਰੇ ਅੰਦਰਲੇ ਆਕਾਸ਼ ਤੋਂ ਉਦੋਂ ਹੀ ਬੱਦਲ ਹਟਣੇ ਸ਼ੁਰੂ ਹੋ ਗਏ ਸਨ, ਉਦੋਂ ਮੈਂ ਨਿਰਭਉ ਹੋ ਗਈ ਸੀ, ਉਦੋਂ ਮੈਂ ਨਿਡਰ ਹੋ ਗਈ ਸੀ ਅੰਮ੍ਰਿਤ ਸ਼ਕਤੀ, ਉਦੋਂ ਹੀ ਗੁਰੂ ਦੀ ਸ਼ਕਤੀ ਮੇਰੇ ਨਾਲ ਆ ਗਈ ਸੀ। ਹੇਮਕੁੰਟ ਦੀ ਯਾਤਰਾ ਤੋਂ ਬਾਅਦ ਜਿਸ ਦਿਨ ਮੈਂ ਘਰ ਪਹੁੰਚੀ ਤੇ ਘਰ ਆ ਕੇ ਮੈਂ ਘਰ 'ਚ ਆਉਂਦਿਆਂ ਪਹਿਲੇ ਦਿਨ ਐਲਾਨ ਕਰ ਦਿੱਤਾ, ਸਾਰੇ ਪਰਿਵਾਰ ਦੇ ਵਿੱਚ ਬੈਠ ਕੇ, ਪਿਤਾ ਵੀ ਕੋਲ ਹੈ, ਤੇ ਪਿਤਾ ਨੂੰ ਸੰਬੋਧਨ ਹੋ ਕੇ ਗੱਲ ਖਾਸ ਤੌਰ ਤੇ ਕਹੀ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਬੱਚੀ ਬਣ ਕੇ ਆਈ ਹਾਂ, ਮੈਂ ਅੰਮ੍ਰਿਤ ਛਕ ਕੇ ਆਈ ਹਾਂ, ਗੁਰੂ ਗੋਬਿੰਦ ਸਿੰਘ ਜੀ ਦੀ ਦੱਸੀ ਹੋਈ ਜਿਹੜੀ ਅੰਮ੍ਰਿਤ ਸੰਚਾਰ ਦੀ ਰਹਿਤ ਹੈ ਉਹ ਧਾਰਨ ਕਰਕੇ ਆਈ ਹਾਂ, ਕਕਾਰ ਧਾਰਨ ਕਰਕੇ ਆਈ ਹਾਂ, ਤੇ ਇਸ ਘਰ ਦੇ ਵਿੱਚ ਹੁਣ ਕਰੈਤ ਵਰਗੀ ਕੋਈ ਗੱਲ ਨਹੀਂ ਹੋਊਗੀ, ਇਸ ਘਰ 'ਚ ਕੋਈ ਨਸ਼ਾ ਨਹੀਂ ਚੱਲੇਗਾ, ਕਿ ਇੱਥੇ ਗੁਰੂ ਗੋਬਿੰਦ ਸਿੰਘ ਪਿਤਾ ਬਣ ਕੇ ਆਪ ਆ ਵਸਿਆ ਹੈ, ਮੈਂ ਉਹਦੀ ਪੁੱਤਰੀ ਬਣ ਗਈ ਹਾਂ, ਗੁਰੂ ਗੋਬਿੰਦ ਸਿੰਘ ਮੇਰੇ ਨਾਲ ਹੈ, ਪਿਤਾ ਬਣ ਕੇ ਮੇਰੇ ਨਾਲ ਹੈ, ਮੈਂ ਉਹਦੀ ਪੁੱਤਰੀ ਬਣ ਕੇ ਆਈ ਹਾਂ, ਗੁਰੂ ਗੋਬਿੰਦ ਸਿੰਘ ਦੀ ਸ਼ਕਤੀਆਂ ਮੇਰੇ ਨਾਲ ਆਈਆਂ ਨੇ, ਇਸ ਘਰ ਦੇ ਵਿੱਚ ਹੁਣ ਕੋਈ ਕਰੈਤ ਨਹੀਂ ਹੋਏਗੀ, ਕੋਈ ਨਸ਼ਾ ਨਹੀਂ ਵਰਤੇਗਾ। ਪਿਓ ਨੇ ਇਸ ਗੱਲ ਨੂੰ ਬੜੀ ਵੱਡੀ ਚੈਲੰਜ ਸਮਝ ਲਿਆ ਕਿ ਵੰਗਾਰ ਰਹੀ ਹੈ ਬੱਚੀ, 17-18 ਸਾਲ ਦੀ ਬੱਚੀ ਪਿਤਾ ਨੂੰ ਵੰਗਾਰ ਰਹੀ ਆ। ਉਹ ਕਹਿੰਦਾ ਤੂੰ ਅੱਗੇ ਤਾਂ ਮੈਂ ਬਾਹਰੋਂ ਪੀ ਕੇ ਆਉਂਦਾ, ਅੱਜ ਮੈਂ ਘਰ ਪੀਵਾਂਗਾ। ਉਹਨੇ ਬੋਤਲ ਲੈ ਕੇ ਆਇਆ, ਘਰ ਆ ਕੇ ਮੇਜ਼ ਦੇ ਉੱਤੇ ਬੋਤਲ ਖੋਲ ਲਈ, ਗਲਾਸ ਕੋਲ ਰੱਖਿਆ, ਤੇ ਕੁੜੀ ਨੇ ਆਖਿਆ ਮੈਂ ਤਾਂ ਕਿਹਾ ਸੀ ਪਿਤਾ ਤੈਨੂੰ ਵੀ ਇਸ ਘਰ 'ਚ ਹੁਣ ਕੋਈ ਨਸ਼ਾ ਨਹੀਂ ਚੱਲੇਗਾ। ਮੈਂ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਬਣ ਕੇ ਆਈ ਹਾਂ, ਅੰਮ੍ਰਿਤ ਛਕ ਕੇ ਆਈ ਹਾਂ, ਹੁਣ ਇਸ ਘਰ 'ਚ ਨਸ਼ਾ ਨਹੀਂ ਚੱਲਣ ਦਿਆਂਗੇ। ਪਿਤਾ ਨੇ ਦਬਕਾ ਮਾਰਿਆ, ਅੱਗੋਂ ਲਾਲ ਅੱਖਾਂ ਕੀਤੀਆਂ, ਉਹ ਕੁੜੀ ਭੱਜ ਕੇ ਰਸੋਈ 'ਚ ਗਈ, ਤੇ ਜਿਹੜਾ ਚਿਮਟਾ ਸੀ ਜਿਹਦੇ ਨਾਲ ਆਮ ਤੌਰ ਤੇ ਅੱਗ ਦੇ ਗੋਟੇ ਵਗੈਰਾ ਬਦਲੇ ਜਾਂਦੇ ਨੇ ਚਿਮਟੇ ਦੇ, ਉਹ ਚਿਮਟਾ ਚੱਕ ਕੇ ਲਿਆਈ, ਉਹਨੇ ਲਿਆ ਕੇ ਬੋਤਲ ਦੇ ਮਾਰਿਆ, ਪਹਿਲਾਂ ਬੋਤਲ ਤੋੜੀ ਫਿਰ ਗਲਾਸ ਤੋੜਿਆ। ਪਤਾ ਨਹੀਂ ਕਿੱਥੋਂ ਸ਼ਕਤੀ ਆ ਗਈ। ਉਹ ਕਹਿੰਦੀ ਵੇਖੋ ਡਾਕਟਰ ਸਾਹਿਬ ਨੂੰ ਦੱਸ ਰਹੀ ਹੈ ਹਸਪਤਾਲ ਦੇ ਵਿੱਚ 2 ਮਹੀਨੇ ਬਾਅਦ ਜਾ ਕੇ ਅਚਨਚੇਤੀ ਮਿਲਣ ਦੇ ਉੱਤੇ, ਕਿ ਪਤਾ ਨਹੀਂ ਕਿੱਥੋਂ ਸ਼ਕਤੀ ਆ ਗਈ, ਕਿ ਮੈਂ ਬੋਤਲ ਵੀ ਤੋੜ ਦਿੱਤੀ ਜਿਹੜੀ ਮੈਂ ਥਰ ਕੰਬਦੀ ਹੁੰਦੀ ਸੀ, ਮੈਂ ਗਲਾਸ ਵੀ ਤੋੜ ਦਿੱਤਾ। ਤੇ ਪਿਤਾ ਵੀ ਅੱਗ ਬਬੂਲਾ ਹੋ ਗਿਆ, ਉਹਨੇ ਹੱਥ ਚੱਕਿਆ ਚਪੇੜ ਮਾਰਨ ਦੇ ਲਈ, ਥੱਪੜ ਚੱਕਿਆ, ਥੱਪੜ ਮਾਰਨ ਲੱਗਾ ਸੀ, ਤੇ ਪਰ ਇੱਕ ਹੱਥ 'ਚ ਚਿਮਟਾ ਤੇ ਦੂਜੀ ਹੱਥ ਨਾਲ ਪਿਤਾ ਦਾ ਹੱਥ ਮੂਹਰੇ ਫੜ ਲਿਆ। ਆਖਣ ਲੱਗੀ ਨਹੀਂ ਪਿਤਾ ਜੀ ਹੁਣ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਹਾਂ, ਗੁਰੂ ਗੋਬਿੰਦ ਸਿੰਘ ਮੇਰੇ ਨਾਲ ਹੈ। ਕਿ ਗੁਰੂ ਗੋਬਿੰਦ ਸਿੰਘ ਨਾਲ ਲੜਨ ਦਾ ਸਾਹਸ ਹੈ ਤੁਹਾਡੇ ਕੋਲ? ਕਿ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰ ਸਕਦੇ ਹੋ? ਨਹੀਂ। ਕਹਿੰਦੀ ਜਦੋਂ ਮੈਂ ਗੁਰੂ ਸਾਹਿਬ ਦਾ ਨਾਂ ਲਿਆ, ਪਤਾ ਨਹੀਂ ਕਿਹੜੇ ਜਲਵੇ 'ਚ, ਪਤਾ ਨਹੀਂ ਕਿਹੜੇ ਅੰਦਾਜ਼ 'ਚ, ਪਤਾ ਨਹੀਂ ਕਿਵੇਂ ਮੇਰੇ ਮੂੰਹੋਂ ਇਹ ਸ਼ਬਦ ਨਿਕਲ ਗਿਆ ਅੰਦਰੋਂ, ਮੈਂ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਬਣ ਕੇ ਆਈ ਹਾਂ, ਅੰਮ੍ਰਿਤ ਛਕ ਕੇ ਆਈ ਹਾਂ, ਮੈਨੂੰ ਆਖਿਆ 5 ਪੈਰਾਂ ਨੇ ਮੈਂ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਹਾਂ, ਮੈਂ ਮਾਤਾ ਸਾਹਿਬ ਕੌਰ ਦੀ ਪੁੱਤਰੀ ਹਾਂ, ਗੁਰੂ ਗੋਬਿੰਦ ਸਿੰਘ ਮੇਰੇ ਨਾਲ ਨੇ। ਤੁਹਾਡੇ ਕੋਲ ਹੈ ਤਾਕਤ, ਤੁਹਾਡੇ ਕੋਲ ਹੈ ਸਾਹਸ, ਤੁਹਾਡੇ ਕੋਲ ਇੰਨੀ ਸ਼ਕਤੀ ਹੈ, ਗੁਰੂ ਗੋਬਿੰਦ ਸਿੰਘ ਨਾਲ ਲੜ ਸਕਦੇ ਹੋ ਤੁਸੀਂ। ਜਦੋਂ ਕਿ ਮੈਂ ਪਿਤਾ ਦੇ ਮੂਹਰੇ ਹੱਥ ਫੜ ਕੇ ਗੱਲ ਕਹੀ ਨਾ, ਤੇ ਪਤਾ ਨਹੀਂ ਮੇਰੀਆਂ ਅੱਖਾਂ ਦੇ ਵਿੱਚ ਕੀ ਜਲਾਅ ਸੀ, ਪਤਾ ਨਹੀਂ ਕੀ ਜਲਵਾ ਸੀ, ਪਤਾ ਨਹੀਂ ਕਿੰਨਾ ਕੋ ਵੀਰ ਰਸ ਸੀ। ਪਿਤਾ ਦਾ ਹੱਥ ਕੰਬਣ ਲੱਗ ਪਿਆ, ਉਹ ਨਿੰਮੂ ਝੂਰੀ ਜਿਹੇ ਹੋ ਕੇ ਮੰਜੇ ਦੇ ਉੱਤੇ ਬੈਠ ਗਿਆ। ਬੈਠਿਆਂ ਨੇ ਫਿਰ ਆਪਣਾ ਸਿਰ ਆਪਣੇ 2 ਹੱਥਾਂ 'ਚ ਲੈ ਲਿਆ, ਤੇ ਜਦੋਂ ਨਿੰਮੂ ਝੂਰੀ ਦਾ ਪਾ ਕੇ ਬੈਠੇ ਸਨ, ਤੇ ਮੈਨੂੰ ਆਪਣੇ ਆਪ ਨੂੰ ਪਿਤਾ ਤੇ ਤਰਸ ਆਇਆ, ਤੇ ਮੈਂ ਉਸੇ ਤਰਸ ਦੀ ਭਾਵਨਾ ਦੇ ਵਿੱਚ, ਉਸ ਦਇਆ ਦੀ ਭਾਵਨਾ ਦੇ ਅੰਦਰ, ਪਤਾ ਨਹੀਂ ਕਿਹੋ ਜਿਹਾ ਜਲਵਾ ਸੀ, ਮੈਂ ਆਪਣੇ ਪਿਤਾ ਨੂੰ ਆਖਿਆ 5 ਵਾਰੀ ਵਾਹਿਗੁਰੂ ਕਹੋ, ਜੁੜੋ ਉਸ ਵਾਹਿਗੁਰੂ ਨਾਲ, ਘੱਟੋ ਘੱਟ 5 ਵਾਰੀ ਵਾਹਿਗੁਰੂ ਕਹੋ। ਤੇ ਕਹਿੰਦੀ ਮੈਂ ਵਾਹਿਗੁਰੂ ਕਿਹਾ, ਤੇ 5 ਵਾਰੀ ਮੇਰੇ ਪਿੱਛੇ ਫਿਰ ਮੇਰੇ ਪਿਤਾ ਨੇ ਵਾਹਿਗੁਰੂ ਆਖ ਦਿੱਤਾ। ਤੇ ਜਦੋਂ ਪਿਤਾ ਨੇ 5 ਵਾਰੀ ਵਾਹਿਗੁਰੂ ਆਖ ਦਿੱਤਾ ਨਾ, ਤੇ ਮੇਰੇ ਕੋਲ ਪਿਤਾ ਦਾ ਉਹ ਝੁਕਿਆ ਹੋਇਆ ਸਿਰ ਦੇਖ ਨਹੀਂ ਹੋਇਆ, ਤੇ ਮੈਂ ਆਪਣੇ ਕਮਰੇ 'ਚ ਆ ਗਈ। ਕੁਛ ਚਿਰ ਬਾਅਦ ਪਿਤਾ ਵੀ ਮੇਰੇ ਕਮਰੇ 'ਚ ਆ ਗਿਆ। ਮੈਂ ਲੰਮੀ ਪਈ ਹੋਈ ਸੀ, ਸ਼ਾਮ ਦੇ ਸਮਾਂ ਸੀ। ਜਦੋਂ ਪਿਤਾ ਕਮਰੇ 'ਚ ਆਇਆ, ਤੇ ਉਹਨੇ ਆ ਕੇ, ਪਿਤਾ ਨੇ ਅੱਗੇ ਮੇਰੇ ਸਿਰ ਤੇ ਅੱਗੇ ਮੈਨੂੰ ਚਪੇੜ ਮਾਰਦਾ ਹੁੰਦਾ ਸੀ, ਅੱਜ ਉਸ ਕੋਲ ਇੰਨੀ ਹਿੰਮਤ ਵੀ ਨਹੀਂ ਸੀ ਕਿ ਮੇਰੇ ਸਿਰ ਨੂੰ ਪਲੋਸ ਸਕੇ। ਸੋ ਮੇਰੀ ਪਵਾਂਦੀ ਵਾਲੇ ਬੰਨੇ ਖੜੇ ਹੋ ਗਿਆ, ਤੇ ਮੇਰੇ ਪੈਰਾਂ ਨੂੰ ਹੱਥ ਲਾਉਣ ਲੱਗਾ। ਮੈਂ ਕਿਹਾ ਪਿਤਾ ਜੀ ਇਹ ਕਰਦੇ ਹੋ, ਪੈਰਾਂ ਨੂੰ ਕਿਉਂ ਹੱਥ ਲਾ ਰਹੇ ਹੋ? ਤੁਸੀਂ ਵੱਡੇ ਹੋ, ਤੁਸੀਂ ਪਿਤਾ ਹੋ, ਤੁਸੀਂ ਸਿਰ ਤੇ ਹੱਥ ਰੱਖੋ।
ਉਹ ਕਹਿੰਦਾ ਨਹੀਂ ਪੁੱਤਰ, ਮੈਂ ਤੇਰੇ ਸਿਰ ਤੇ ਹੱਥ ਰੱਖਣ ਜੋਗਾ ਨਹੀਂ, ਮੈਂ ਸ਼ਰਾਬੀ ਕਬਾਬੀ ਹਾਂ। ਤੇਰੇ ਅੰਦਰ ਗੁਰੂ ਗੋਬਿੰਦ ਸਿੰਘ ਵਸਿਆ ਹੋਇਆ ਹੈ। ਤੇਰੀਆਂ ਅੱਖਾਂ ਦੇ ਵਿੱਚੋਂ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਜਲਵਾ ਨਜ਼ਰ ਆ ਰਿਹਾ ਸੀ। ਤੇਰੇ ਅੰਦਰੋਂ ਮੈਨੂੰ ਗੁਰੂ ਦੀ ਤਾਕਤ ਬੋਲਦੀ ਨਜ਼ਰ ਆ ਰਹੀ ਸੀ। ਤੇਰੀ ਉਸ ਤਾਕਤ ਨੂੰ ਦੇਖ ਕੇ, ਤੇਰੇ ਉਸ ਜਲਾਉ ਨੂੰ ਦੇਖ ਕੇ, ਤੇਰੀਆਂ ਉਸ ਅੱਖਾਂ ਦੇ ਰੋਮ ਨੂੰ ਦੇਖ ਕੇ, ਉਸ ਵੀਰਸ ਨੂੰ ਦੇਖ ਕੇ ਮੇਰਾ ਅੰਦਰਾ ਕੰਬ ਉੱਠਿਆ। ਮੈਂ ਤੇਰੇ ਪੈਰਾਂ ਨੂੰ ਨਹੀਂ ਹੱਥ ਲਾ ਰਿਹਾ, ਮੈਂ ਤਾਂ ਗੁਰੂ ਗੋਬਿੰਦ ਸਿੰਘ ਦੇ ਪੈਰਾਂ ਨੂੰ ਹੱਥ ਲਾ ਰਿਹਾ। ਮੈਂ ਤਾਂ ਸ਼ਕਤੀ ਨੂੰ ਨਮਸਕਾਰ ਕਰ ਰਿਹਾ ਜਿਹੜੀ ਅੰਮ੍ਰਿਤਧਾਰੀ ਸਿੱਖ ਦੇ ਅੰਦਰ ਆ ਵਸਦੀ ਹੈ। ਜੋ ਮਹਿਸੂਸ ਕਰੇ ਕਿ ਮੈਂ ਅੱਜ ਤੋਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਆ, ਅੱਜ ਤੋਂ ਮੇਰੀ ਮਾਤਾ ਸਾਹਿਬ ਕੌਰ ਹੈ, ਮੈਨੂੰ ਬਖਸ਼ ਦੇ, ਮੇਰੀ ਇਹ ਬੱਚੀ ਹੈ, ਤੂੰ ਗੁਰੂ ਦੀ ਪੁੱਤਰੀ ਬਣ ਕੇ ਆਈ ਹੈ, ਮੈਨੂੰ ਕੋਈ ਹੱਕ ਨਹੀਂ ਮੈਂ ਤੇਰੇ ਤੇ ਹੱਥ ਚੱਕਾਂ। ਤੂੰ ਗੁਰੂ ਦੀ ਪੁੱਤਰੀ ਬਣ ਕੇ ਆਈ ਹੈ, ਤੂੰ ਕਰੈਤਾਂ ਦੇ ਨਾਲ ਲੜ ਰਹੀ ਹੈ ਤੇ ਮੈਨੂੰ ਕੋਈ ਹੱਕ ਨਹੀਂ ਮੈਂ ਇਸ ਘਰ ਦੇ ਵਿੱਚ ਕੋਈ ਕਰੈਤ ਕਰਾਂ। ਇੱਦਾਂ ਕਰ, ਆਪਣੇ ਗੁਰੂ ਦੇ ਕੋਲ ਮੈਨੂੰ ਲੈ ਜਾ, ਜਿੱਥੋਂ ਤੂੰ ਅੰਮ੍ਰਿਤ ਛਕਿਆ ਮੈਨੂੰ ਵੀ ਅੰਮ੍ਰਿਤ ਛਕਾ ਦੇ, ਪੰਜਾਂ ਪੈਰਾਂ ਦੇ ਕੋਲ ਲੈ ਜਾ, ਮੈਨੂੰ ਵੀ ਗੁਰੂ ਵਾਲਾ ਬਣਾ ਦੇ, ਮੇਰੇ ਤੇ ਰਹਿਮਤਾਂ ਕਰ ਦੇ। ਤੇ ਬੱਚੀ ਨੇ ਇਹ ਗੱਲ ਦੱਸੀ ਡਾਕਟਰ ਨੇਕੀ ਜੀ ਨੂੰ, ਤੇ ਨਾਲ ਆਖਿਆ ਉਸ ਦਿਨ ਤੋਂ ਪਿਤਾ ਜੀ ਨੇ ਵੀ ਅੰਮ੍ਰਿਤ ਛਕ ਲਿਆ, ਫਿਰ ਮਾਤਾ ਜੀ ਨੇ ਵੀ ਛਕ ਲਿਆ, ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋ ਗਿਆ। ਘਰ ਦੀ ਕਾਇਆ ਕਲਪ ਹੋ ਗਈ। ਜਿੱਥੇ ਹਮੇਸ਼ਾ ਡਰ ਹੁੰਦਾ ਸੀ, ਜਿੱਥੇ ਹਮੇਸ਼ਾ ਸਹਿਮ ਹੁੰਦਾ ਸੀ, ਜਿੱਥੇ ਕੰਗਾਲੀ ਵਰਤੀ ਹੋਈ ਸੀ, ਉੱਥੇ ਸ਼ਰਾਬ ਨਿਕਲ ਗਈ, ਨਸ਼ਾ ਨਿਕਲ ਗਿਆ। ਪਿਤਾ ਕੰਮ ਤੇ ਵੀ ਧਿਆਨ ਦੇਣ ਲੱਗ ਪਿਆ। ਪਰਿਵਾਰ ਦੇ ਵਿੱਚ ਖੁਸ਼ੀ ਆ ਗਈ। ਸਾਰਾ ਪਰਿਵਾਰ ਇੱਕ ਮੁੱਠ ਇਕੱਠਾ ਹੋ ਕੇ ਪ੍ਰਸ਼ਾਦਾ ਛਕਦਾ ਹੈ, ਇਕੱਠਾ ਹੋ ਕੇ ਜਾਪ ਕਰਦਾ ਹੈ, ਇਕੱਠੇ ਹੋ ਕੇ ਰਹਿਰਾਸ ਦਾ ਪਾਠ ਕਰਦੇ ਨੇ, ਇਕੱਠੇ ਹੋ ਕੇ ਨਿਤਨੇਮ ਕਰਦੇ ਨੇ। ਘਰ ਦੇ ਵਿੱਚ ਖੁਸ਼ੀਆਂ ਆ ਗਈਆਂ, ਖੇੜਾ ਆ ਗਿਆ, ਅੱਜ ਹੋਰ ਕੱਲ ਹੋਰ, ਤੇ ਅਜੇ 9 ਮਹੀਨੇ 8-9 ਮਹੀਨੇ ਹੋਏ ਨੇ, ਪਰਿਵਾਰ ਦੀ ਕਾਇਆ ਕਲਪ ਹੋਈ ਹੋਈ ਹੈ। ਘਰ ਪਰਿਵਾਰ ਦਾ ਰੰਗ ਬਦਲ ਗਿਆ ਹੈ। ਏਦਾਂ ਲੱਗਦਾ ਹੈ ਕਿ ਸੱਚੀ ਗੁਰੂ ਗੋਬਿੰਦ ਸਿੰਘ ਤੇ ਉਹਦੀਆਂ ਸਾਰੀਆਂ ਸ਼ਕਤੀਆਂ ਘਰ ਪਰਿਵਾਰ 'ਚ ਆ ਕੇ ਵਸ ਗਈਆਂ ਹੋਣ। ਗੁਰੂ ਦੀਆਂ ਸ਼ਕਤੀਆਂ ਬੜੀਆਂ ਅਗੰਮ ਨੇ। ਗੁਰੂ ਆ ਵਸਿਆ ਸਾਡੇ ਘਰ ਦੇ ਵਿੱਚ। ਜਿੱਥੇ ਗੁਰੂ ਦਾ ਜਾਪ ਕਰਦਾ ਕੀਤਾ ਜਾਂਦਾ ਹੈ, ਜਿੱਥੇ ਗੁਰੂ ਦਾ ਨਿਤਨੇਮ ਕੀਤਾ ਜਾਂਦਾ ਹੈ, ਜਿੱਥੇ ਗੁਰੂ ਦੀ ਬਾਣੀ ਦੇ ਜਾਪ ਕੀਤਾ ਜਾਂਦਾ ਹੈ, ਜਿੱਥੇ ਗੁਰੂ ਦੇ ਨਾਮ ਦਾ ਸਿਮਰਨ ਕੀਤਾ ਜਾਂਦਾ, ਉੱਥੇ ਗੁਰੂ ਆ ਕੇ ਵਸ ਵੀ ਜਾਂਦਾ ਹੈ। ਔਰ ਡਾਕਟਰ ਨੇਕੀ ਜੀ ਨੂੰ ਜਦੋਂ ਇਹ ਗੱਲ ਉਹ ਬੱਚੀ ਆਖ ਰਹੀ ਸੀ, ਤੇ ਡਾਕਟਰ ਨੇਕੀ ਜੀ ਲਿਖਦੇ ਨੇ, ਕਿਤਾਬ ਹੈ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ। ਉਹ ਕਹਿੰਦੇ ਮੈਂ ਬੱਚੀ ਵੱਲ ਦੇਖ ਰਿਹਾ ਸਾਂ, ਤੇ ਉਹਦੇ ਚਿਹਰੇ ਵੱਲ ਦੇਖਦਿਆਂ ਦੇਖਦਿਆਂ, ਉਹਦੇ ਜਲਾਅ ਵੱਲ ਦੇਖਦਿਆਂ ਦੇਖਦਿਆਂ, ਉਹਦੇ ਆਤਮ ਵਿਸ਼ਵਾਸ ਵੱਲ ਦੇਖਦਿਆਂ ਦੇਖਦਿਆਂ, ਉਹਦੇ ਗੁਰੂ ਦੇ ਭਰੋਸੇ ਉੱਤੇ ਦੇਖਦਿਆਂ ਦੇਖਦਿਆਂ ਮੇਰੇ ਅੰਦਰ ਦੀ ਵੀ ਮੈਲ ਧੋਤੀ ਜਾ ਰਹੀ ਸੀ। ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਦੇ ਦਰਸ਼ਨ ਕਰ ਰਿਹਾ। ਪ੍ਰਤੱਖ ਸ਼ਕਤੀ, ਜ਼ਾਹਰ ਸ਼ਕਤੀ, ਰਹਿਮਤਾਂ ਵਾਲੀ ਸ਼ਕਤੀ, ਜਿਹਦੇ ਮੇਰੇ ਕੋਈ ਵਿਕਾਰੀ ਨਹੀਂ ਖੜ ਸਕਦਾ, ਜਿਹਦੇ ਮੇਰੇ ਕੋਈ ਸ਼ਰਾਬੀ ਨਹੀਂ ਖੜ ਸਕਦਾ, ਜਿਹਦੇ ਮੇਰੇ ਕੋਈ ਜਵਾਰੀਆ ਨਹੀਂ ਖੜ ਸਕਦਾ, ਜਿਹਦੇ ਮੇਰੇ ਕੋਈ ਮੈਲ ਖੜ ਹੀ ਨਹੀਂ ਸਕਦੀ। ਤੇ ਡਾਕਟਰ ਨੇਕੀ ਜੀ ਕਹਿੰਦੇ ਨੇ ਕਿ ਮੇਰੇ ਵੀ ਹੱਥ ਬਦੋ ਬਦੀ ਜੁੜ ਗਿਆ ਹੈ। ਮੈਂ ਬੱਚੀ ਨੂੰ ਨਮਸਕਾਰ ਕਰਨ ਲਈ ਅਜੇ ਹੱਥ ਜੋੜ ਹੀ ਦਿਆ ਤੇ ਬੱਚੀ ਨੇ ਕਿਹਾ ਨਹੀਂ, ਤੁਸੀਂ ਹੋ ਮੈਨੂੰ ਇਸ ਪਾਸੇ ਪਾਉਣ ਵਾਲੇ, ਤੁਸੀਂ ਮੇਰੇ ਸਿਰ ਤੇ ਹੱਥ ਰੱਖੋ, ਤੁਸੀਂ ਮੇਰੇ ਤੇ ਬਖਸ਼ਿਸ਼ ਕਰੋ, ਰਹਿਮਤਾਂ ਕਰੋ। ਜਿੱਦਾਂ ਜੁੜੀਆਂ ਸਤਿਗੁਰੂ ਦੇ ਨਾਲ ਉੱਦਾਂ ਜੁੜੀ ਰਹਾਂ। ਇਹ ਅਸੀਸ ਦਿਓ, ਤੁਸੀਂ ਵੱਡੇ ਹੋ। ਇਹ ਕਾਂਡ ਹੈ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ ਕਿਤਾਬ ਦਾ ਇੱਕ ਚੈਪਟਰ ਹੈ। ਮੈਂ ਬੇਨਤੀ ਕਰਾਂਗਾ ਆਪ ਸਭ ਨੂੰ ਕਿ ਮੈਂ ਕਿਤਾਬ ਦੇ ਵਿੱਚ ਤਕਰੀਬਨ 100 ਤੋਂ ਉੱਤੇ ਸ਼ਾਇਦ ਚੈਪਟਰ ਰਹੇ ਹੋ ਜਾਏ, ਹਰ ਗੱਲ ਦੇ ਵਿੱਚ ਕਰਮ ਜਾਏ, ਪਰ ਮੈਂ 2 ਚੈਪਟਰ, ਇੱਕ ਪਿਛਲੇ ਦੇ ਵਿੱਚ ਐਪੀਸੋਡ ਦੇ, ਇੱਕ ਹੁਣ ਆਪ ਸਭ ਨਾਲ ਸਾਂਝਾ ਇਸ ਕਰਕੇ ਕੀਤਾ ਹੈ ਕਿ ਕਿਤਾਬ ਪੜ੍ਹਨ ਦੀ ਸਾਡੇ ਮਨ ਦੇ ਅੰਦਰ ਚਾਹਤ ਪੈਦਾ ਹੋ ਸਕੇ। ਸਤਿਗੁਰੂ ਰਹਿਮਤਾਂ ਕਰੇ, ਸਾਨੂੰ ਆਪਣੇ ਆਪ ਨਾਲ ਜੋੜ ਲੈ, ਆਪਣੀਆਂ ਬਖਸ਼ਿਸ਼ਾਂ ਨਾਲ ਜੋੜ ਲੈ। ਅਸੀਂ ਵੀ ਗੁਰੂ ਗੋਬਿੰਦ ਸਿੰਘ ਨੂੰ ਪਿਤਾ ਜਾਣ ਕੇ, ਉਹਦੇ ਪੁੱਤਰ ਬਣ ਕੇ, ਉਹਦੇ ਧੀਆਂ ਬਣ ਕੇ, ਉਹਨੂੰ ਆਪਣੇ ਨਾਲ ਨਾਲ ਆਪਣੇ ਅੰਗ ਸੰਗ ਜਿਹੜਾ ਸਾਡੇ ਨਾਲ ਰਹਿ ਰਹੀ, ਉਹਦੀ ਬਖਸ਼ਿਸ਼ ਰਹਿ ਰਹੀ, ਉਹਦੀ ਸ਼ਕਤੀ ਸਾਡੇ ਨਾਲ ਨਾਲ ਰਹਿ ਰਹੀ ਹੈ, ਇਹ ਗੱਲ ਅਸੀਂ ਵੀ ਮਹਿਸੂਸ ਕਰ ਸਕੀਏ। ਇੰਨੇ ਸ਼ਬਦਾਂ ਦੇ ਨਾਲ ਖਿਮਾ ਜਾਚਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।